ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਖੁਸ਼ ਸੀ। ਮੇਰਾ ਪਤੀ ਤੇ ਸੱਸ ਬਹੁਤ ਚੰਗੇ ਸੀ ਤੇ ਮੈਨੂੰ ਬਹੁਤ ਪਿਆਰ ਕਰਦੇ ਸੀ। ਮੇਰੀ ਸੱਸ ਹਰ ਰੋਜ਼ ਮੈਨੂੰ ਦੁੱਧ ਵਿੱਚ ਕੁਝ ਮਿਲਾ ਕੇ ਪਿਲਾ ਦਿੰਦੀ। ਉਸ ਤੋਂ ਬਾਅਦ ਮੈਨੂੰ ਬਹੁਤ ਨੀਂਦ ਆ ਜਾਂਦੀ। ਫਿਰ ਇੱਕ ਦਿਨ ਮੈਂ ਆਪਣੀ ਸੱਸ ਦਾ ਧਿਆਨ ਹੋਰ ਪਾਸੇ ਵਟਾ ਕੇ ਦੁੱਧ ਨਹੀਂ ਪੀਤਾ ਤੇ ਉਸ ਤੋਂ ਬਾਅਦ ਮੈਂ ਜੋ ਦੇਖਿਆ ਉਹ ਦੇਖ ਕੇ ਮੇਰੇ ਹੋਸ਼ ਉੱਡ ਗਏ। ਮੇਰਾ ਨਾਮ ਰਜਨੀ ਹੈ ਤੇ ਮੇਰੇ ਘਰ ਬਹੁਤ ਗਰੀਬੀ ਸੀ। ਮੈਂ ਅਜੇ 20 ਸਾਲ ਦੀ ਹੀ ਹੋਈ ਸੀ ਕਿ ਮੇਰੇ ਘਰਦਿਆਂ ਨੇ ਮੇਰੇ ਵਿਆਹ ਦੀ ਫਿਕਰ ਹੋਣ ਲੱਗੀ। ਮੇਰੇ ਲਈ ਬਹੁਤ ਰਿਸ਼ਤੇ ਆਉਂਦੇ ਸੀ ਕਿਉਂਕਿ ਮੈਂ ਬਹੁਤ ਖੂਬਸੂਰਤ ਸੀ। ਘਰ 'ਚ ਗਰੀਬੀ ਹੋਣ ਕਰਕੇ ਕੋਈ ਵੀ ਰਿਸ਼ਤਾ ਸਿਰੇ ਨਹੀਂ ਚੜ੍ਹਦਾ ਸੀ ਕਿਉਂਕਿ ਹਰ ਕੋਈ ਦਹੇਜ ਦੀ ਮੰਗ ਕਰਦਾ ਸੀ। ਫਿਰ ਕੁਝ ਹੀ ਦਿਨਾਂ ਬਾਅਦ ਇੱਕ ਰਾਜੀਵ ਨਾਮ ਦੇ ਮੁੰਡੇ ਦਾ ਰਿਸ਼ਤਾ ਆਇਆ ਜਿਨ੍ਹਾਂ ਦੀ ਕੋਈ ਡਿਮਾਂਡ ਨਹੀਂ ਸੀ ਤੇ ਘਰ-ਬਾਰ ਵੀ ਬਹੁਤ ਵਧੀਆ ਸੀ। ਪਰਿਵਾਰ ਵਿੱਚ ਸਿਰਫ ਮੁੰਡਾ ਤੇ ਉਸ ਦੀ ਮੰਮੀ ਸੀ। ਫਿਰ ਮੇਰੇ ਘਰ ਵਾਲਿਆਂ ਨੇ ਵਿਆਹ ਲਈ ਹਾਂ ਕਰ ਦਿੱਤੀ। ਇੱਕ ਹਫ਼ਤੇ ਬਾਅਦ ਹੀ ਸਾਡਾ ਵਿਆਹ ਹੋ ਗਿਆ। ਜਦੋਂ ਮੈਂ ਵਿਆਹ ਕੇ ਆਪਣੇ ਸਹੁਰੇ ਘਰ ਆਈ ਤਾਂ ਇੰਨੀ ਸੋਹਣੀ ਤੇ ਆਲੀਸ਼ਾਨ ਕੋਠੀ ਦੇਖ ਕੇ ਮੈਂ ਬਹੁਤ ਖੁਸ਼ ਹੋਈ। ਮੇਰਾ ਕਮਰਾ ਉਸ ਤੋਂ ਵੀ ਜ਼ਿਆਦਾ ਸੋਹਣਾ ਸੀ। ਮੈਂ ਬਹੁਤ ਖੁਸ਼ ਸੀ ਕਿਉਂਕਿ ਮੇਰੇ ਪਤੀ ਤੇ ਸੱਸ ਦੋਨੋਂ ਹੀ ਮੈਨੂੰ ਬਹੁਤ ਪਿਆਰ ਕਰਦੇ ਸੀ। ਮੇਰੀ ਸੱਸ ਘਰ ਦਾ ਸਾਰਾ ਕੰਮ ਆਪ ਕਰ ਲੈਂਦੀ। ਮੈਨੂੰ ਕਦੇ ਕੋਈ ਕੰਮ ਲਈ ਨਹੀਂ ਕਹਿੰਦੀ ਸੀ। ਰਾਜੀਵ ਹਰ ਰੋਜ਼ ਕੰਮ 'ਤੇ ਜਾਂਦੇ ਸੀ ਤੇ ਉਹਨਾਂ ਦੀ ਰੋਟੀ ਵੀ ਮੇਰੀ ਸੱਸ ਟਾਈਮ ਨਾਲ ਉੱਠ ਕੇ ਬਣਾ ਦਿੰਦੀ ਸੀ। ਮੈਨੂੰ ਕਹਿੰਦੇ ਸੀ ਕਿ ਤੂੰ ਆਰਾਮ ਕਰਿਆ ਕਰ। ਕੁਝ ਟਾਈਮ ਬਾਅਦ ਮੈਂ ਪ੍ਰੈਗਨੈਂਟ ਹੋ ਗਈ। ਫਿਰ ਮੇਰੀ ਸੱਸ ਮੇਰਾ ਹੋਰ ਵੀ ਜ਼ਿਆਦਾ ਕਰਨ ਲੱਗ ਗਈ। ਰੋਟੀ ਪਾਣੀ ਤੋਂ ਲੈ ਕੇ ਦਵਾਈ ਤੱਕ ਉਹ ਸਭ ਕੁਝ ਮੈਨੂੰ ਆਪ ਬੈੱਡ 'ਤੇ ਹੀ ਦਿੰਦੇ। ਅਚਾਨਕ ਕੁਝ ਦਿਨਾਂ ਬਾਅਦ ਮੇਰੇ ਬਹੁਤ ਦਰਦ ਹੋਈ ਤੇ ਮੇਰਾ ਬੱਚਾ ਪੇਟ ਵਿੱਚ ਹੀ ਪੂਰਾ ਹੋ ਗਿਆ। ਇਸ ਤੋਂ ਬਾਅਦ ਮੈਂ ਬਹੁਤ ਉਦਾਸ ਰਹਿਣ ਲੱਗ ਗਈ। ਫਿਰ ਮੈਨੂੰ ਰਾਜੀਵ ਨੇ ਹੌਸਲਾ ਦਿੰਦੇ ਹੋਏ ਕਿਹਾ ਕਿ ਸਭ ਕੁਝ ਸਹੀ ਹੋ ਜਾਣਾ, ਬਹੁਤਾ ਸੋਚੀਦਾ ਨਹੀਂ ਹੁੰਦਾ। ਕੁਝ ਟਾਈਮ ਬਾਅਦ ਮੈਂ ਫਿਰ ਪ੍ਰੈਗਨੈਂਟ ਹੋ ਗਈ ਪਰ ਇਸ ਵਾਰ ਵੀ ਪਹਿਲਾਂ ਦੀ ਤਰ੍ਹਾਂ ਹੀ ਹੋਇਆ ਤੇ ਮੇਰਾ ਬੱਚਾ ਇਸ ਦੁਨੀਆ 'ਤੇ ਆਉਣ ਤੋਂ ਪਹਿਲਾਂ ਹੀ ਮੈਨੂੰ ਛੱਡ ਕੇ ਚਲਾ ਗਿਆ। ਮੇਰੇ ਨਾਲ 4 ਵਾਰ ਇਸ ਤਰ੍ਹਾਂ ਹੋਇਆ। ਮੈਂ ਹੁਣ ਬਹੁਤ ਜ਼ਿਆਦਾ ਉਦਾਸ ਅਤੇ ਬਿਮਾਰ ਰਹਿਣ ਲੱਗ ਗਈ ਸੀ। ਮੇਰੇ ਵਿੱਚ ਉੱਠਣ ਦੀ ਵੀ ਹਿੰਮਤ ਨਹੀਂ ਸੀ ਹੋ ਰਹੀ। ਪਰ ਇੱਕ ਗੱਲ ਸੀ, ਮੈਂ ਜਦੋਂ ਵੀ ਬਿਮਾਰ ਹੁੰਦੀ ਤਾਂ ਮੇਰੀ ਸੱਸ ਆਪ ਹੀ ਦਵਾਈ ਲੈ ਕੇ ਆਉਂਦੀ ਤੇ ਮੈਨੂੰ ਕਹਿੰਦੀ ਤੂੰ ਘਰੇ ਰਹਿ, ਐਵੇਂ ਪਰੇਸ਼ਾਨ ਹੋਣਾ, ਬਾਹਰ ਜ਼ਮਾਨਾ ਬਹੁਤ ਖਰਾਬ ਆ। ਮੈਨੂੰ ਇਹ ਗੱਲ ਕੁਝ ਠੀਕ ਨਹੀਂ ਸੀ ਲੱਗ ਰਹੀ। ਉਹ ਮੈਨੂੰ ਰੋਜ਼ ਰਾਤ ਨੂੰ ਦੁੱਧ ਨਾਲ ਦਵਾਈ ਦਿੰਦੀ ਜਿਸ ਤੋਂ ਬਾਅਦ ਮੈਨੂੰ ਬਹੁਤ ਨੀਂਦ ਆ ਜਾਂਦੀ ਤੇ ਸਿੱਧਾ ਸਵੇਰੇ ਅੱਖ ਖੁੱਲ੍ਹਦੀ। ਇੱਕ ਦਿਨ ਅਚਾਨਕ ਮੇਰੀ ਨੀਂਦ ਖੁੱਲ੍ਹ ਗਈ ਤੇ ਮੈਂ ਪਾਣੀ ਪੀਣ ਲਈ ਬਾਹਰ ਗਈ ਤਾਂ ਮੇਰੀ ਸੱਸ ਦੇ ਕਮਰੇ ਵਿੱਚੋਂ ਹੱਸਣ ਦੀ ਆਵਾਜ਼ ਆ ਰਹੀ ਸੀ। ਜਦੋਂ ਮੈਂ ਕੋਲ ਜਾ ਕੇ ਸੁਣਿਆ ਤਾਂ ਇਹ ਆਵਾਜ਼ ਮੇਰੀ ਸੱਸ ਦੀ ਸੀ ਤੇ ਫਿਰ ਉਸੇ ਕਮਰੇ ਵਿੱਚ ਮੇਰੇ ਪਤੀ ਦੀ ਆਵਾਜ਼ ਆਈ ਕਿ ਹੌਲੀ ਹੱਸੋ, ਰਜਨੀ ਉੱਠ ਜਾਏਗੀ। ਤਾਂ ਮੇਰੀ ਸੱਸ ਨੇ ਕਿਹਾ ਉਹਦੀ ਫਿਕਰ ਕਰਨ ਦੀ ਲੋੜ ਨਹੀਂ, ਉਹਨੂੰ ਮੈਂ ਨੀਂਦ ਦੀਆਂ ਗੋਲੀਆਂ ਦੇ ਕੇ ਆਈਆਂ। ਇਹ ਸੁਣ ਕੇ ਮੈਨੂੰ ਬਹੁਤ ਹੈਰਾਨੀ ਹੋਈ ਤੇ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਮੇਰੇ ਨਾਲ ਕੀ ਹੋ ਰਿਹਾ। ਫਿਰ ਆਵਾਜ਼ਾਂ ਆਉਣੀਆਂ ਬੰਦ ਹੋ ਗਈਆਂ ਤੇ ਮੈਂ ਆਪਣੇ ਕਮਰੇ ਵਿੱਚ ਚਲੀ ਗਈ। ਅਗਲੇ ਦਿਨ ਜਦੋਂ ਸਵੇਰ ਹੋਈ ਤਾਂ ਮੈਂ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣ ਦਿੱਤਾ ਕਿ ਮੈਂ ਰਾਤ ਕੋਈ ਗੱਲਾਂ ਸੁਣੀਆਂ। ਮੈਂ ਸੋਚ ਲਿਆ ਸੀ ਕਿ ਅੱਜ ਰਾਤ ਸਾਰੇ ਸੱਚ ਦਾ ਪਤਾ ਕਰਕੇ ਹੀ ਰਹਿਣਾ। ਜਦੋਂ ਰਾਤ ਨੂੰ ਮੇਰੀ ਸੱਸ ਦੁੱਧ ਨਾਲ ਦਵਾਈ ਲੈ ਕੇ ਆਈ ਤਾਂ ਮੈਂ ਉਸ ਦਾ ਧਿਆਨ ਹੋਰ ਪਾਸੇ ਵਟਾ ਕੇ ਦਵਾਈ ਸਿਰਹਾਣੇ ਪਿੱਛੇ ਲੁਕੋ ਦਿੱਤੀ ਤੇ ਇਸ ਤਰ੍ਹਾਂ ਜਤਾਇਆ ਕਿ ਮੈਂ ਦਵਾਈ ਖਾ ਲਈ ਹੈ। ਫਿਰ ਉਹ ਉੱਠ ਕੇ ਚਲੀ ਗਈ। ਕੁਝ ਟਾਈਮ ਬਾਅਦ ਜਦੋਂ ਮੈਂ ਉੱਠ ਕੇ ਬਾਹਰ ਗਈ ਤਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਮੇਰੇ ਹੋਸ਼ ਉੱਡ ਗਏ। ਰਾਜੀਵ ਮੇਰੀ ਸੱਸ ਨੂੰ ਕਹਿ ਰਹੇ ਸੀ ਕਿ ਸੁਨੀਤਾ, ਆਪਣੇ ਦੋਹਾਂ ਦੇ ਬੱਚਾ ਤਾਂ ਨਹੀਂ ਹੋਇਆ, ਇਸ ਲਈ ਤੂੰ ਮੇਰਾ ਵਿਆਹ ਰਜਨੀ ਨਾਲ ਕਰਵਾਇਆ ਸੀ ਕਿ ਉਹ ਸਾਨੂੰ ਬੱਚਾ ਪੈਦਾ ਕਰਕੇ ਦੇਵੇਗੀ, ਪਰ ਹੁਣ ਤਾਂ ਉਹ ਵੀ ਮਾਂ ਨਹੀਂ ਬਣ ਸਕਦੀ ਤੇ ਮੈਂ ਸਾਰੀ ਉਮਰ ਬੇਔਲਾਦ ਨਹੀਂ ਰਹਿਣਾ ਚਾਹੁੰਦਾ। ਫਿਰ ਸੁਨੀਤਾ ਬੋਲੀ ਕਿ ਤੁਸੀਂ ਟੈਨਸ਼ਨ ਨਾ ਲਵੋ, ਮੈਂ ਤੁਹਾਡਾ ਵਿਆਹ ਕਿਸੇ ਹੋਰ ਸੋਹਣੀ ਕੁੜੀ ਨਾਲ ਕਰਵਾ ਦੇਵਾਂਗੀ ਤੇ ਰਜਨੀ ਨੇ ਤਾਂ ਵੈਸੇ ਵੀ ਹੋਰ ਥੋੜ੍ਹੇ ਸਮੇਂ ਤੱਕ ਮਰ ਹੀ ਜਾਣਾ ਮੇਰੀਆਂ ਦਿੱਤੀਆਂ ਦਵਾਈਆਂ ਨਾਲ, ਉਹ ਬਹੁਤਾ ਟਾਈਮ ਨਹੀਂ ਬਚ ਸਕਦੀ। ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਹੀ ਗਈ ਕਿ ਜਿਸ ਨੂੰ ਮੈਂ ਆਪਣੀ ਸੱਸ ਸਮਝਦੀ ਸੀ ਉਹ ਤਾਂ ਮੇਰੇ ਪਤੀ ਦੀ ਘਰਵਾਲੀ ਸੀ ਤੇ ਮੈਨੂੰ ਮਾਰਨਾ ਚਾਹੁੰਦੀ ਸੀ। ਮੇਰੀ ਸਾਰੀ ਰਾਤ ਇਹਨਾਂ ਸੋਚਾਂ ਵਿੱਚ ਹੀ ਨਿਕਲ ਗਈ ਕਿ ਜਦੋਂ ਮੈਂ ਇਸ ਘਰ ਵਿੱਚ ਵਿਆਹ ਕੇ ਆਈ ਸੀ ਤਾਂ ਕਿੰਨੀ ਜ਼ਿਆਦਾ ਖੁਸ਼ ਸੀ ਅਤੇ ਹੁਣ ਮੇਰੇ ਨਾਲ ਇਹ ਸਭ ਕਿਉਂ ਹੋ ਰਿਹਾ। ਫਿਰ ਮੈਂ ਅਗਲੀ ਸਵੇਰ ਸੋਚ ਲਿਆ ਸੀ ਕਿ ਮਰ ਤਾਂ ਮੈਂ ਜਾਣਾ ਹੀ ਆ, ਪਰ ਉਸ ਤੋਂ ਪਹਿਲਾਂ ਮੈਂ ਸੁਨੀਤਾ ਨੂੰ ਪੁੱਛ ਕੇ ਹੀ ਰਹਿਣਾ ਕਿ ਉਹਨਾਂ ਨੇ ਮੇਰੇ ਨਾਲ ਇਹ ਸਭ ਕਿਉਂ ਕੀਤਾ। ਮੈਂ ਸੁਨੀਤਾ ਦੇ ਕਮਰੇ ਵਿੱਚ ਗਈ ਤੇ ਉਸ ਨੂੰ ਕਿਹਾ ਕਿ ਤੂੰ ਮੇਰੀ ਸੱਸ ਨਹੀਂ, ਰਾਜੀਵ ਦੀ ਪਤਨੀ ਹੈ।
ਮੇਰੇ ਨਾਲ ਇਹ ਧੋਖਾ ਕਿਉਂ ਕੀਤਾ? ਇਹ ਸੁਣ ਕੇ ਉਹ ਸਮਝ ਗਈ ਕਿ ਮੈਨੂੰ ਸਾਰੇ ਸੱਚ ਦਾ ਪਤਾ ਲੱਗ ਗਿਆ ਤੇ ਉਹ ਉੱਚੀ ਆਵਾਜ਼ ਵਿੱਚ ਬੋਲੀ, ਹਾਂ ਮੈਂ ਰਾਜੀਵ ਦੀ ਪਤਨੀ ਹਾਂ, ਮੈਂ ਮਾਂ ਨਹੀਂ ਬਣ ਸਕਦੀ। ਇਸ ਲਈ ਉਸ ਦਾ ਵਿਆਹ ਤੇਰੇ ਨਾਲ ਕਰਵਾਇਆ ਸੀ ਕਿਉਂਕਿ ਉਹ ਚਾਹੁੰਦੇ ਹਨ ਕਿ ਉਹਨਾਂ ਦਾ ਆਪਣਾ ਬੱਚਾ ਹੋਵੇ, ਪਰ ਮੈਂ ਨਹੀਂ ਚਾਹੁੰਦੀ ਕੋਈ ਵੀ ਕੁੜੀ ਰਾਜੀਵ ਦੇ ਬੱਚੇ ਨੂੰ ਜਨਮ ਦੇਵੇ ਕਿਉਂਕਿ ਮੈਂ ਉਸ ਨੂੰ ਬਹੁਤ ਪਿਆਰ ਕਰਦੀ ਹਾਂ। ਹਰ ਵਾਰੀ ਤੇਰੇ ਬੱਚੇ ਨੂੰ ਹੀ ਮੈਂ ਦਵਾਈ ਦੇ ਕੇ ਮਾਰਿਆ ਤੇ ਹੁਣ ਤੈਨੂੰ ਵੀ ਮਾਰ ਦੇਣਾ। ਇਹ ਸੁਣ ਕੇ ਮੈਂ ਉੱਥੋਂ ਭੱਜ ਗਈ, ਪਰ ਉਸ ਨੇ ਮੈਨੂੰ ਫੜ ਲਿਆ ਤੇ ਕਮਰੇ ਵਿੱਚ ਬੰਦ ਕਰ ਦਿੱਤਾ। ਕਮਰੇ ਦੀ ਖਿੜਕੀ ਖੁੱਲ੍ਹੀ ਸੀ ਤੇ ਮੈਂ ਉੱਥੋਂ ਭੱਜ ਕੇ ਆਪਣੇ ਘਰ ਚਲੀ ਗਈ। ਫਿਰ ਸ਼ਾਮ ਨੂੰ ਖਬਰ ਮਿਲੀ ਕਿ ਸੁਨੀਤਾ ਤੇ ਰਾਜੀਵ ਮੇਰੀ ਫੋਟੋ ਲੈ ਕੇ ਮੈਨੂੰ ਲੱਭ ਰਹੇ ਸੀ ਕਿ ਸੜਕ ਪਾਰ ਕਰਨ ਲੱਗਿਆਂ ਦੋਹਾਂ ਦਾ ਐਕਸੀਡੈਂਟ ਹੋ ਗਿਆ ਤੇ ਮੌਤ ਹੋ ਗਈ। ਇਸ ਲਈ ਜੇ ਕੋਈ ਕਿਸੇ ਨਾਲ ਮਾੜਾ ਕਰਦਾ ਤੇ ਬੁਰਾ ਸੋਚਦਾ ਹੈ, ਉਸ ਨਾਲ ਇੱਕ ਨਾ ਇੱਕ ਦਿਨ ਜ਼ਰੂਰ ਮਾੜਾ ਹੁੰਦਾ ਹੈ। ਸੋ ਆਪਾਂ ਨੂੰ ਰੱਬ ਦੀ ਰਜ਼ਾ ਵਿੱਚ ਰਹਿ ਕੇ ਹੀ ਚੱਲਣਾ ਚਾਹੀਦਾ ਹੈ। ਇਹ ਸੀ ਅੱਜ ਦੀ ਕਹਾਣੀ। ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।